ਸੋ ਆਪਣੀ ਅੱਜ ਦੀ ਵੀਡੀਓ ਹੋਣ ਵਾਲੀ ਉਹ ਸਾਰੇ ਬੰਦੇ ਲਈ ਜਿਹੜੀ ਕਿ ਕੈਨੇਡਾ ਆਉਣ ਦਾ ਪਲਾਨ ਕਰ ਰਿਹਾ ਐਜ਼ ਐਨ ਇੰਟਰਨੈਸ਼ਨਲ ਸਟੂਡੈਂਟ ਜਾਂ ਫਿਰ ਐਜ਼ ਅ ਵਰਕਰ, ਕਿਉਂਕਿ ਉਸ ਟਾਈਮ ਤਾਂ ਆਪਣੇ ਦਿਮਾਗ 'ਚ ਇਹ ਸੋਚ ਹੁੰਦੀ ਹੈ ਯਾਰ ਕਿਸੇ ਹਿਸਾਬ ਨਾਲ ਕੈਨੇਡਾ ਦੀ ਧਰਤੀ 'ਤੇ ਪੈਰ ਪੈ ਜਾਏ ਉਸ ਤੋਂ ਬਾਅਦ ਪੱਕੇ ਤਾਂ ਆਪਾਂ ਹੁੰਦੇ ਰਹਾਂਗੇ, ਜਿਹੜੀ ਕਿ ਇੱਕ ਹਿਸਾਬ ਨਾਲ ਗੱਲ ਠੀਕ ਹੈ ਕਿਉਂਕਿ ਬਹੁਤ ਸਾਰੀਆਂ ਸਟਰੀਮਸ ਹੁੰਦੀਆਂ, ਬਹੁਤ ਸਾਰਾ ਟਾਈਮ ਹੁੰਦਾ, ਬੰਦਾ ਕਹਿੰਦਾ ਯਾਰ ਉੱਥੇ ਦੀ ਉੱਥੇ ਜਾ ਕੇ ਸੋਚਾਂਗੇ, ਬਟ ਦੇयर ਇਜ਼ ਆਲਵੇਜ਼ ਅ ਕੈਚ। ਠੀਕ ਹੈ ਜੀ, ਜਿਹੜੇ ਕਿ ਮੈਨੂੰ ਜਾਣਨ ਨੂੰ ਮਿਲਿਆ ਕਿਉਂਕਿ ਆਈ ਕੇਮ ਐਜ਼ ਐਨ ਇੰਟਰਨੈਸ਼ਨਲ ਸਟੂਡੈਂਟ ਇਨ 2017 ਐਂਡ 2019 'ਚ ਮੈਂ ਕਾਲਜ ਚੋਂ ਪਾਸ ਆਊਟ ਹੋ ਚੁੱਕਾ ਸੀਗਾ ਇੱਥੇ ਦੇ ਕਾਲਜ ਚੋਂ, ਐਂਡ ਬਾਏ ਦਾ ਐਂਡ ਆਫ 2019 ਆਈ ਹੈਡ ਅ ਜੋਬ। ਠੀਕ ਹੈ ਜੀ, ਜਿਹੜੀ ਕਿ IT ਫੀਲਡ 'ਚ ਸੀ, ਜਿਹੜਾ ਕਿ ਮੇਰਾ ਕੋਰਸ ਸੀਗਾ, ਸੋ ਕੋਰਸ ਰਿਲੇਟਡ ਜੋਬ ਮੈਨੂੰ ਮਿਲ ਚੁੱਕੀ ਸੀਗੀ। ਸੋ ਮੈਨੂੰ ਲੱਗਾ ਲਾਈਫ ਵਾਸ ਗੋਇੰਗ ਸਮੂਥ। ਠੀਕ ਹੈ ਜੀ, ਆਪਣੇ ਕੋਲ ਸਭ ਕੁਛ ਹੈਗਾ ਜੋ ਬੰਦਾ ਇੱਕ ਪਲਾਨ ਕਰਕੇ ਆਉਂਦਾ ਆ, ਬਟ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਹਮੇਸ਼ਾ ਕੈਚ ਹੁੰਦਾ ਹੈ। ਸੋ 6 ਮਹੀਨੇ ਕੰਪਨੀ 'ਚ ਕੰਮ ਕਰਨ ਤੋਂ ਬਾਅਦ ਆਪਣੇ ਨੂੰ ਕੰਪਨੀ ਨੇ ਅੱਗੇ ਇੱਕ ਹੋਰ ਟ੍ਰੇਨਿੰਗ 'ਤੇ ਭੇਜਿਆ, ਜਿੱਥੇ ਕਿ ਹੋਰ ਬ੍ਰਾਂਚ ਦੇ ਵੀ ਬੰਦੇ ਆਏ ਸੀਗੇ, ਉਹਨਾਂ 'ਚ ਕਈ ਸਾਰੇ ਇੱਦਾਂ ਸਟੂਡੈਂਟ ਸੀਗੇ ਸਾਡੇ ਵਰਗੇ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਕਿ ਹੁਣ ਜੋਬਸ ਲੈ ਕੇ ਬੈਠੇ ਸੀ। ਸੋ ਉਹਨਾਂ ਨਾਲ ਗੱਲ ਕਰਕੇ ਮੈਨੂੰ ਪਤਾ ਲੱਗਿਆ ਕਿ ਯਾਰ ਆਪਾਂ ਸੇਮ ਕੰਪਨੀ ਦੇ ਵਿੱਚ ਸੇਮ ਪੋਜੀਸ਼ਨ 'ਤੇ ਸੇਮ ਰੋਲਸ ਐਂਡ ਡਿਊਟੀਜ਼ ਕਰ ਰਹੇ ਹਾਂ, ਬਟ ਉਹ ਬੰਦੇ ਐਕਸਪ੍ਰੈਸ ਐਂਟਰੀ ਫਾਈਲ ਕਰ ਸਕਦੇ ਆ ਅਤੇ ਮੈਂ ਨਹੀਂ, ਮੈਂ PNP ਐਕਸਪ੍ਰੈਸ ਐਂਟਰੀ ਕੁਛ ਫਾਈਲ ਨਹੀਂ ਕਰ ਸਕਦਾ। ਅਤੇ ਮੈਨੂੰ ਉਸ ਵੇਲੇ ਕਾਫੀ ਜ਼ਿਆਦਾ ਸ਼ੌਕਿੰਗ ਲੱਗਾ ਕਿ ਇੱਦਾਂ ਵੀ ਕੁਛ ਹੁੰਦਾ ਵਾ, ਮਤਲਬ ਇੰਨਾ ਸਪੈਸੀਫਿਕ ਕੀ ਚੀਜ਼ ਹੈਗੀ ਕਿ ਆਪਾਂ ਸੇਮ ਜੋਬ ਕਰ ਰਹੇ ਹਾਂ ਸੇਮ ਕੰਪਨੀ ਦੇ ਵਿੱਚ, ਲੇਕਿਨ ਉਹ ਫਾਈਲ ਕਰ ਸਕਦੇ ਆ ਅਤੇ ਮੈਂ ਨਹੀਂ। ਸੋ ਯਾ ਕਾਫੀ ਸਾਰੀਆਂ ਮਤਲਬ ਇੱਦਾਂ ਦੀ ਚੀਜ਼ਾਂ ਮੈਨੂੰ ਪਤਾ ਲੱਗੀਆਂ ਜਿਹੜੀ ਕਿ ਮੈਂ ਤੁਹਾਨੂੰ ਇਸ ਵੀਡੀਓ ਸ਼ੇਅਰ ਕਰਨਾ ਚਾਹੂੰਗਾ, ਜਿਨ੍ਹਾਂ ਨੇ ਮੇਰਾ ਆਲਮੋਸਟ 1 ਸਾਲ ਖਰਾਬ ਕਰ ਦਿੱਤਾ, ਕਿਉਂਕਿ 6 ਮਹੀਨੇ ਬਾਅਦ ਤਾਂ ਮੈਨੂੰ ਇਹ ਚੀਜ਼ ਹੀ ਪਤਾ ਲੱਗੀ। ਉਸ ਤੋਂ ਬਾਅਦ ਮੈਂ ਥੋੜ੍ਹੇ ਮਹੀਨੇ ਜਾਂਦਾ ਰਿਹਾ ਕਿ ਇਹ ਸੋਚ ਕੇ ਕਿ ਚਲੋ ਬ੍ਰਾਂਚ ਮੈਨੇਜਰ ਨਾਲ ਗੱਲ ਕਰਦਾ, ਮੇ ਬੀ ਦਿਸ ਥਿੰਗ ਕੈਨ ਵਰਕ ਆਊਟ, ਹੈ ਨਾ। ਆਪਾਂ ਆਲਰੇਡੀ ਟਾਈਮ ਕੱਢ ਚੁੱਕੇ ਸੀ ਕੰਪਨੀ 'ਚ, ਮੈਂ ਨਹੀਂ ਚਾਹੁੰਦਾ ਸੀ ਉਹ ਵੇਸਟ ਹੋਵੇ, ਲੇਕਿਨ ਐਟ ਦ ਐਂਡ ਆਫ ਦ ਡੇ ਉਹ ਵੇਸਟ ਹੀ ਹੋਇਆ। ਕਿਉਂ ਹੋਇਆ ਹੀ ਮੈਂ ਤੁਹਾਨੂੰ ਦੱਸੂੰਗਾ, ਤਾਂ ਕਿ ਤੁਹਾਡਾ ਟਾਈਮ ਨਾ ਵੇਸਟ ਹੋਵੇ ਵਰਕ ਪਰਮਿਟ 'ਤੇ, ਕਿਉਂਕਿ ਵਰਕ ਪਰਮਿਟ 'ਤੇ ਆਮ ਸ਼ੋਰ ਤੁਸੀਂ ਇੱਕ ਵੀ ਮਹੀਨਾ ਵੇਸਟ ਨਹੀਂ ਕਰਨਾ ਚਾਹੋਗੇ, ਉਹ ਟਾਈਮ ਹੁੰਦਾ ਹੀ ਨਹੀਂ ਵੇਸਟ ਕਰਨ ਵਾਲਾ। ਸੋ ਬਿਨਾਂ ਕਿਸੇ ਟਾਈਮ ਵੇਸਟ ਕੀਤੇ ਆਪਾਂ ਅੱਗੇ ਵੀਡੀਓ ਦੇ ਵਿੱਚ ਵਧਦੇ ਹਾਂ। So before we continue this video, I would like to share that this video is sponsored by HelloFresh, which is meal kit delivery service in Canada. And if you don't really want to spend hours in kitchen and cooking, then you might be interested in this. And the way it works, it's very simple. You have to just click on the link which is given in the description down below, and then you'll be redirected to their website. And ਤੁਸੀਂ ਉੱਥੇ ਜਾ ਕੇ ਆਪਣਾ ਇੱਕ meal preference select ਕਰਨੀ ਹੈ, whether it is vegetarian or non-vegetarian ਤੁਸੀਂ select ਕਰਦੇ ਹੋ। ਠੀਕ ਹੈ ਜੀ, ਕਿੰਨੇ ਬੰਦਿਆਂ ਨੇ ਖਾਣੀ ਆ, ਹੈ ਨਾ, ਕਿੰਨੀਆਂ ਮੀਲਸ ਚਾਹੀਦੀਆਂ ਪਰ ਹਫਤੇ, ਐਂਡ ਦੈਨ ਤੁਹਾਡੇ ਜਿਹੜੇ ਘਰੇ ਆ ਪੂਰੇ ਇੰਗਰੀਡੀਐਂਟਸ ਦਾ ਡੱਬਾ ਘਰੇ ਪਹੁੰਚ ਜਾਂਦਾ, ਵਿਚ ਬੇਸਿਕਲੀ ਗੋਣਾ ਇਨਕਲੂਡ ਇੰਗਰੀਡੀਐਂਟਸ ਪਲੱਸ ਰੈਸਿਪੀ ਬੁੱਕ। ਹੁਣ ਇਹਦੀ ਰੈਸਿਪੀ ਬੁੱਕ ਕੋਈ 100 ਪੇਜਸ ਦੀ ਨਹੀਂ ਹੋਣ ਵਾਲੀ, ਹੈ ਨਾ। ਇਟਸ ਗੋਣਾ ਬੀ ਵੈਰੀ ਸਿੰਪਲ ਐਂਡ ਸਟ੍ਰੇਟ ਫਾਰਵਰਡ, ਜਿੱਥੋਂ ਤੁਸੀਂ ਬੜੇ ਆਸਾਨੀ ਨਾਲ ਆਪਣਾ ਕੁੱਕ ਕਰ ਸਕਦੇ ਹੋ। ਐਂਡ ਬੈਸਟ ਪਾਰਟ ਇਜ਼ ਕਿ ਤੁਹਾਨੂੰ ਸਾਰੇ ਇੰਗਰੀਡੀਐਂਟਸ ਪ੍ਰੋਪਰ ਫਰੈਸ਼ ਮਿਲਦੇ, ਕਿਉਂਕਿ ਮੈਂ ਟਰਾਈ ਆਊਟ ਪਰਸਨਲੀ ਕੀਤਾ ਆ, ਫਰੈਸ਼ ਮਿਲਦੇ ਐਂਡ ਐਕੂਰੇਟ ਮਿਲਦੇ ਆ। ਸੋ ਤੁਹਾਨੂੰ ਸੋਚਣਾ ਨਹੀਂ ਪੈਣਾ ਕਿ ਯਾਰ ਕਿੰਨਾ ਕੁ ਪਾਈਏ ਕਿੰਨਾ ਕੁ ਨਾ ਪਾਈਏ। ਐਂਡ ਰੈਸਿਪੀ ਬੁੱਕ ਕਾਫੀ ਸਿੰਪਲ ਆ, which gonna help you in cooking these meals. And ਮਜ਼ੇ ਦੀ ਗੱਲ ਹੈਗੀ ਇਹ ਕਿ if you choose their meal plan which is very flexible, it means ਕਿ ਅਗਰ ਤੁਸੀਂ ਕਿਸੇ ਹਫਤੇ ਕਿਸੇ ਮਹੀਨੇ ਘਰੇ ਨਹੀਂ ਹੋਣ ਵਾਲੇ ਹੋ, then you can just always skip those meals. And if you just want to try out something new, then you can just like go back and modify those meals ਜਿਹੜੀਆਂ ਤੁਹਾਨੂੰ ਅੱਗੇ ਆਉਣ ਵਾਲੇ ਹਫਤੇ 'ਚ ਆਉਣ ਵਾਲੀਆਂ, ਕਿਉਂਕਿ ਹਰ ਹਫਤੇ ਤੁਹਾਨੂੰ 25 ਤੋਂ ਜ਼ਿਆਦਾ ਨਵੀਆਂ ਰੈਸਪੀਜ਼ ਆਫਰ ਕਰਦੇ। ਇਟ ਮੀਨਸ ਕਿ ਤੁਸੀਂ ਨਵੀਂ ਡਿਸ਼ਿਜ਼ ਨਵੇਂ ਮੀਲਸ ਟਰਾਈ ਆਊਟ ਕਰ ਸਕਦੇ ਹੋ। ਠੀਕ ਹੈ ਜੀ, ਐਂਡ ਅਗਰ ਤੁਸੀਂ ਮੇਰਾ ਲਿੰਕ ਜਿਹੜਾ ਥੱਲੇ ਡਿਸਕ੍ਰਿਪਸ਼ਨ ਦਿੱਤਾ ਉਹਨੂੰ ਯੂਜ਼ ਕਰੋਗੇ along with the promo code that I'm gonna put down in the description, ਤੇ ਤੁਹਾਨੂੰ ਜਿਹੜੀਆਂ ਪਹਿਲੀਆਂ 6 ਮੀਲਸ ਹੋਣੀਆਂ it's gonna be free plus free shipping. So ਉਹਦਾ ਤੁਹਾਨੂੰ ਕੋਈ ਚਾਰਜ ਨਹੀਂ ਲੱਗਣਾ ਹੈਗਾ ਆ। ਸੋ ਆਈ ਨੋ ਦੈਟ ਯੂ ਗੋਨਾ ਟਰਾਈ ਇਟ ਆਊਟ, ਸੋ ਦਾ ਲਿੰਕ ਇਟਸ ਗੋਨਾ ਬੀ ਇਨ ਡਿਸਕ੍ਰਿਪਸ਼ਨ ਡਾਊਨ ਬਿਲੋ, ਐਂਡ ਮੈਂ ਸਕਰੀਨ 'ਤੇ ਵੀ ਵਿਜ਼ੀਬਲ ਤੁਹਾਨੂੰ ਪਾ ਦੂੰਗਾ ਕੋਡ ਐਂਡ ਡਿਸਕ੍ਰਿਪਸ਼ਨ। ਸੋ ਯਾ ਮੇਕ ਸ਼ੋਰ ਦੈਟ ਯੂ ਚੈੱਕ ਇਟ ਆਊਟ, ਐਂਡ ਨਾਓ ਲੈਟਸ ਗੈਟ ਬੈਕ ਟੂ ਦਾ ਵੀਡੀਓ। ਆਲਰਾਈਟ, ਸੋ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਮੈਂ ਐਜ਼ ਐਨ ਇੰਟਰਨੈਸ਼ਨਲ ਸਟੂਡੈਂਟ ਆਇਆ ਸੀਗਾ। ਸੋ April 2019 ਦੇ ਵਿੱਚ ਮੈਂ ਕਾਲਜ ਪਾਸ ਆਊਟ ਕਰ ਲਿਆ। ਸੋ ਮੈਂ ਲਿੱਤਾ ਸੀ ਕੰਪਿਊਟਰਸ ਨੈਟਵਰਕਿੰਗ, ਠੀਕ ਹੈ, ਸੈਂਟੇਨੀਅਲ ਕਾਲਜ ਦੇ ਵਿੱਚ। ਹੁਣ ਮੈਂ ਇਹਨੂੰ ਪ੍ਰਮੋਟ ਨਹੀਂ ਕਰ ਰਿਹਾ, ਸਿਰਫ ਇਹਨਾਂ ਦੱਸ ਰਿਹਾ ਕਿ ਮੇਰੀ ਸਟੋਰੀ ਕੀ ਹੈ। ਸੋ ਮੈਂ ਕਾਲਜ ਪਾਸ ਆਊਟ ਕੀਤਾ, ਉਸ ਤੋਂ ਬਾਅਦ ਵਰਕ ਪਰਮਿਟ ਅਪਲਾਈ ਕੀਤਾ, ਆਪਾਂ ਇੰਡੀਆ ਚਲੇ ਗਏ 1.5 ਮਹੀਨੇ ਲਈ। ਉੱਥੋਂ ਵਾਪਸ ਆਇਆ, ਫਿਰ ਜਿਹੜੀ ਆਪਾਂ ਸਿਕਿਉਰਿਟੀ ਕੰਪਨੀ ਜੋਬ ਕਰਦੇ ਸੀ ਕਾਲਜ ਦੌਰਾਨ ਉਹੀ ਆਪਾਂ ਕੰਟੀਨਿਊ ਕਰ ਲਈ, ਜਦੋਂ ਤੱਕ ਕੋਈ ਹੋਰ ਜੋਬ ਨਹੀਂ ਮਿਲਦੀ, ਹੈ ਨਾ, ਸਟੱਡੀ ਦੇ ਰਿਲੇਟਡ। ਹੁਣ ਜਿਹੜਾ ਮੇਰੇ ਦਿਮਾਗ 'ਚ ਆਈਡੀਆ ਸੀਗਾ ਕਿ ਪੱਕੇ ਹੋਣ ਲਈ ਤੁਹਾਨੂੰ ਸਟੱਡੀ ਰਿਲੇਟਡ ਜੋਬ ਲੈਣੀ ਹੁੰਦੀ ਆ ਅਤੇ ਆਇਲਟਸ 'ਚ ਵਧੀਆ ਸਕੋਰ ਲੈਣਾ ਹੁੰਦਾ। ਸੋ ਆਪਾਂ ਉਹੀ ਮਿਸ਼ਨ 'ਤੇ ਲੱਗੇ ਹੋਏ ਸੀਗੇ ਕਿ ਚਲੋ ਠੀਕ ਆ ਕਰਦੇ ਹਾਂ ਤਾਂ। ਸੋ ਮੈਂ ਇੰਟਰਵਿਊਜ਼ ਵਗੈਰਾ ਦੇਣੇ ਸ਼ੁਰੂ ਕੀਤੇ, ਰਿਜ਼ੂਮੇ ਵਗੈਰਾ ਬਣਾਏ, ਹੈ ਨਾ, ਮਤਲਬ ਮੈਂ ਸਿੱਖਣਾ ਸ਼ੁਰੂ ਕੀਤਾ ਕਿੱਦਾਂ ਕੀ ਹੁੰਦਾ ਸਾਰਾ ਕੁਛ। ਐਂਡ ਕਰਦੇ ਕਰਾਂਦੇ ਮੈਨੂੰ ਪਤਾ ਲੱਗਾ ਕਿ ਹੈ ਨਾ, ਮੈਨੂੰ ਨਾਲ ਮੇਰੇ ਚੰਗੇ ਦੋਸਤ ਨੂੰ ਕਿ ਹਾਂ ਕੋਈ ਆਪਣਾ ਇੱਕ ਬੰਦਾ ਹੈਗਾ ਇੰਡੀਅਨ ਜਿਹੜੀ ਸਾਡੀ ਰੈਫਰੈਂਸ ਪਾ ਸਕਦਾ NCR ਦੇ ਵਿੱਚੋਂ। NCR ਕੀ ਹੈ, ਨੈਸ਼ਨਲ ਕੈਸ਼ ਰਜਿਸਟਰ। ਸਾਨੂੰ ਪਤਾ ਲੱਗਿਆ ਕਿ ਉੱਥੇ ਸਾਨੂੰ ਮਿਲ ਜਾਏਗੀ, ਹੈ ਨਾ, ਜੋਬ। ਆਪਾਂ ਕਿਹਾ ਠੀਕ ਹੈ। ਸੋ ਸਾਨੂੰ ਬੰਦੇ ਨੇ ਮੈਂ ਬੰਦੇ ਨਾਲ ਫ਼ੋਨ 'ਤੇ ਗੱਲ ਕੀਤੀ ਅਤੇ ਕਹਿੰਦਾ ਕਿ ਯਾਰ ਤੁਸੀਂ ਇੰਟਰਵਿਊ ਦੇਣ ਚਲੇ ਜਾਓ, ਇਸ ਦਿਨ ਆਪਣਾ ਰਿਜ਼ਿਊਮੇ ਲੈ ਜਾਓ ਇੱਥੇ ਬ੍ਰਾਂਚ ਵਿੱਚ, ਹੈ ਨਾ, ਬ੍ਰਾਂਚ ਮੈਨੇਜਰ ਨਾਲ ਤੁਹਾਡਾ ਰਿਜ਼ਿਊਮੇ ਲੈ ਲੂਗਾ, ਮਤਲਬ ਤੁਹਾਡਾ ਇੰਟਰਵਿਊ ਲੈ ਲੂਗਾ। ਸੋ ਮੈਂ ਕਿਹਾ ਠੀਕ ਹੈ ਜੀ। ਆਪਾਂ ਪਹੁੰਚ ਗਏ ਐਂਡ ਇੰਟਰਵਿਊ ਹੁਣ ਥੋੜ੍ਹੇ ਬਹੁਤ ਇੰਟਰਵਿਊ ਦੇ ਚੁੱਕਾ ਸੀ, ਰਿਜੈਕਸ਼ਨ ਖਾ ਚੁੱਕਾ ਸੀ। ਸੋ ਮੈਨੂੰ ਪਤਾ ਸੀ ਕੀ ਐਕਸਪੈਕਟ ਕਰਦੇ ਆ ਉਹ, ਕੀ ਸੁਣਨਾ ਚਾਹੁੰਦੇ ਆ। ਆਪਾਂ ਉਹਦਾ ਚੀਜ਼ਾਂ ਸੁਣਾਏ ਐਂਡ ਉਹਨੇ ਐਕਸੈਪਟ ਕਰ ਲਿਆ। ਫਿਰ ਮੈਨੂੰ ਉਸੇ ਬੰਦੇ ਨੇ ਜਿਹਨੇ ਰੈਫਰੈਂਸ ਪਾਈ ਸੀ ਉਸਨੇ ਮੈਨੂੰ ਪੇਪਰ ਭੇਜਿਆ, ਕਹਿੰਦਾ ਇਹਨੂੰ ਸਾਈਨ ਕਰ ਦਿਓ। ਅਤੇ ਉਸ ਵੇਲੇ ਪਹਿਲੀ ਜੋਬ ਸੀਗੀ, ਹੈ ਨਾ, ਕਿਉਂਕਿ ਆਪਾਂ ਜਿਹੜੀ ਸਿਕਿਉਰਿਟੀ ਕੰਪਨੀ ਇੱਦਾਂ ਦੀ ਜਗ੍ਹਾ 'ਤੇ ਕੰਮ ਕਰਦੇ ਉੱਥੇ ਕਿਹੜੇ ਫਾਰਮ ਸਾਈਨ ਕਰਾਉਂਦੇ ਕਿਹੜੇ ਨਹੀਂ, ਪਹਿਲੇ ਦਿਨ ਸਾਨੂੰ ਕੋਈ ਫਰਕ ਨਹੀਂ ਪੈਂਦਾ, ਹੈ ਨਾ, ਕਿਉਂਕਿ ਆਪਣੇ ਸਿਰਫ ਜੋਬ ਚਾਹੀਦੀ ਹੁੰਦੀ, ਆਪਾਂ ਸਿਰਫ ਸਰਵਾਈਵਲ ਜੋਬ ਲੈਣੀ ਹੁੰਦੀ, ਆਪਣੇ ਨੂੰ ਕੋਈ ਫਰਕ ਨਹੀਂ ਪੈਂਦਾ
ਕੀ ਮਿਲ ਰਿਹਾ ਕੀ ਨਹੀਂ ਮਿਲ ਰਿਹਾ, ਆਪਾਂ ਕਰਕੇ ਆ ਜਾਂਦੇ ਆਪਣੇ ਨੂੰ। ਆਈ ਡੋਂਟ ਥਿੰਕ ਆਪਣੇ 'ਚ ਕੋਈ ਉਹ ਕਾਪੀ ਸਾਂਭਦਾ ਵੀ ਹੋਣਾ ਕਿਹੜੇ ਉਹ ਸਾਈਨ ਕਰਾਉਂਦੇ। ਅਤੇ ਇਸੇ ਕਰਕੇ ਆਪਾਂ ਇਸ ਜੋਬ ਦੇ ਜਿਹੜੇ ਫਾਰਮ ਸੀਗੇ ਉੱਥੇ ਵੀ ਜ਼ਿਆਦਾ ਧਿਆਨ ਨਹੀਂ ਦਿੱਤਾ। ਆਪਾਂ ਕਿ ਜੋਬ ਮਿਲ ਰਹੀ ਹੈ, ਬੜੀ ਐਕਸਾਈਟਮੈਂਟ ਸੀਗੀ, ਪਹਿਲੀ IT ਜੋਬ ਹੈ ਨਾ, ਕਾਲਜ 'ਚੋਂ ਨਿਕਲ ਕੇ ਆਪਾਂ ਕਰ ਦਿੱਤੇ ਫਾਰਮ ਵਗੈਰਾ ਸਾਰਾ ਕੁਝ ਸਾਈਨ ਐਂਡ ਭੇਜ ਦਿੱਤਾ ਉਹਨੂੰ। ਦੈਨ ਆਪਾਂ ਕੰਪਨੀ 'ਚ ਗਏ, ਟ੍ਰੇਨਿੰਗ ਵਗੈਰਾ ਲਿੱਤੀ ਹੈ ਨਾ, ਕੰਮ ਕਰ ਸ਼ੁਰੂ ਕਰ ਦਿੱਤਾ। ਸੋ ਆਪਾਂ ਕੰਪਨੀ ਦੇ ਵਿੱਚ ਸਾਨੂੰ ਲੱਗ ਰਿਹਾ ਸੀ ਕਿ ਆਪਾਂ ਕੰਪਨੀ ਜੁਆਇਨ ਕਰ ਲਈ ਹੈ ਐਂਡ ਆਪਾਂ ਕੰਮ ਕਰ ਰਹੇ ਹਾਂ ਹੈ ਨਾ। ਕੰਪਨੀ ਵੱਲੋਂ ਵਹੀਕਲ ਮਿਲਿਆ ਆ, ਟੂਲਸ ਮਿਲੇ, ਸਭ ਕੁਛ ਮਿਲਿਆ। ਮਤਲਬ ਜੋ ਇੱਕ ਉੱਥੇ ਨੋਰਮਲ ਇੰਪਲੋਏ, ਰੈਗੂਲਰ ਇੰਪਲੋਏ ਕੰਮ ਕਰ ਰਿਹਾ ਸੀ, ਜੋ ਚੀਜ਼ਾਂ ਉਹਨੂੰ ਮਿਲੀਆਂ ਸੀ ਉਹ ਚੀਜ਼ਾਂ ਆਪਾਂ ਕਰ ਰਹੇ ਸੀਗੇ ਹੈ ਨਾ। ਬਟ ਮੈਨੂੰ ਇੰਨਾ ਪਤਾ ਸੀ ਆਪਾਂ ਕੰਟਰੈਕਟ ਟਰਮ 'ਤੇ ਹਾਂ ਹੈ ਨਾ। ਸਾਨੂੰ ਲੱਗਿਆ ਕਿ ਚੱਲ ਠੀਕ ਆ, ਨਵੇਂ ਬੰਦੇ ਕਾਲਜ 'ਚ ਫਰੈਸ਼ ਆਊਟ ਆ, ਨਹੀਂ ਮਿਲਦੀ ਹੋਣੀ ਪਰਮਾਨੈਂਟ ਜੋਬ ਹੈ ਨਾ। ਅਗਲੇ ਨੇ ਸਾਨੂੰ ਕਿਹਾ ਤੁਸੀਂ 6 ਮਹੀਨੇ ਦੇ ਕੰਟਰੈਕਟ 'ਤੇ ਆਓ ਇੱਦਾਂ ਕਰਕੇ, ਅਤੇ ਉਸ ਤੋਂ ਬਾਅਦ ਤੁਹਾਡਾ ਰੀਨਿਊ ਹੋ ਜਾਊਗਾ ਅਗਰ ਤੁਸੀਂ ਵਧੀਆ ਕੰਮ ਕਰੋਗੇ। ਸੋ ਮੈਨੂੰ ਰੈਫਰੈਂਸ ਵਾਲੇ ਬੰਦੇ ਨੇ ਇੱਦਾਂ ਕਿਹਾ, ਅਤੇ ਮੈਂ ਕਿਹਾ ਠੀਕ ਹੈ। ਆਪਣਾ ਕੀ ਜਾਂਦਾ ਹੈ ਨਾ, ਸ਼ੁਰੂਆਤ ਕਰਨ ਨੂੰ ਮਿਲ ਰਹੀ ਹੈ, ਕਿਤੇ ਤੋਂ ਸ਼ੁਰੂਆਤ ਕਰਨੀ ਹੈ ਨਾ। ਹੁਣ ਮੈਨੂੰ ਇੰਨਾ ਪਤਾ ਸੀ ਐਕਸਪ੍ਰੈਸ ਐਂਟਰੀ 'ਚ ਕੰਟਰੈਕਟ ਚੱਲ ਪੈਂਦਾ ਵਾ ਸ਼ਾਇਦ, ਮਤਲਬ ਮੋਸਟ ਪ੍ਰੋਬਲੀ ਚੱਲ ਪਊਗਾ ਅਗਰ ਤੁਹਾਡੇ ਪੇਪਰ ਵਰਕ ਐਂਡ ਸਭ ਕੁਛ ਰਾਈਟ ਆ। ਸੋ ਮੈਨੂੰ ਇਹ ਨੌਲੇਜ ਸੀਗੀ, ਅਤੇ ਆਪਾਂ ਸ਼ੁਰੂ ਕਰ ਦਿੱਤਾ ਕੰਮ। ਅਤੇ ਕੰਮ ਵਗੈਰਾ ਕੀਤਾ 6 ਮਹੀਨੇ ਵਧੀਆ, ਪੂਰਾ ਜ਼ੋਰ ਲਾ ਕੇ। ਹੁਣ ਪਹਿਲੀ ਕੰਪਨੀ ਸੀਗੀ, ਇੰਨਾ ਜ਼ਿਆਦਾ ਜ਼ੋਰ ਲਾਇਆ, ਮਤਲਬ ਉਹਨਾਂ ਦਾ ਇੱਦਾਂ ਸੀਗਾ ਕਿ ਸਵੇਰੇ 5 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਕੰਮ ਚੱਲਦਾ ਸੀਗਾ। IT ਕੰਪਨੀ ਹੋਣ ਦੇ ਬਾਵਜੂਦ, ਕਿਉਂਕਿ ਆਪਾਂ ਫੀਲਡ 'ਤੇ ਕੰਮ ਕਰਦੇ ਸੀ, ਤੁਹਾਨੂੰ ਫੀਲਡ 'ਤੇ ਇੰਨੇ ਤੋਂ ਇੰਨੇ ਵਜੇ ਤੱਕ ਰੱਖ ਸਕਦੇ ਸੀਗੇ। ਅਤੇ ਸੰਡੇ ਟੂ ਸੰਡੇ ਲਗਾ ਲਓ ਤੁਸੀਂ, ਮਤਲਬ ਪੂਰੇ 7 ਦਿਨ ਚੱਲਦਾ ਸੀਗਾ। ਅਤੇ ਬੇਸਿਕਲੀ ਆਪਾਂ ਬਹੁਤ ਜ਼ਿਆਦਾ ਐਗਜ਼ੌਸਟ ਕੀਤਾ ਆਪਣੇ ਆਪ ਨੂੰ। ਆਪਾਂ ਜਿੰਨੇ ਵਜੇ ਜਿਸ ਦਿਨ ਬੁਲਾ ਲਿਆ ਆਪਾਂ ਪਹੁੰਚ ਗਏ। ਡਜ਼ਨਟ ਮੈਟਰ ਸਾਡਾ ਜਨਮ ਦਿਨ ਆ, ਦੀਵਾਲੀ ਆ, ਦੁਸ਼ਹਿਰਾ ਕੀ ਹੈ, ਕਿਹੜਾ ਤਿਉਹਾਰ, ਆਪਾਂ ਨਹੀਂ ਛੱਡਿਆ, ਆਪਾਂ ਹਰ ਇੱਕ ਦਿਨ ਪਹੁੰਚੇ ਉੱਥੇ, ਠੀਕ ਹੈ ਜੀ। ਅਤੇ 6 ਮਹੀਨੇ ਬਾਅਦ ਉਹਨਾਂ ਨੇ ਸਾਨੂੰ ਨਾ ਦੂਜੀ ਬ੍ਰਾਂਚ ਦੇ ਵਿੱਚ ਭੇਜਿਆ। ਸੋ ਬੇਸਿਕਲੀ ਆਪਾਂ ਸਕਾਰਪੀਓ ਬ੍ਰਾਂਚ ਦੇ ਵਿੱਚ ਕੰਮ ਕਰਦੇ ਸੀ। ਉਹਨਾਂ ਨੇ ਸਾਨੂੰ ਭੇਜਿਆ ਮਿਸੀਸਾਗਾ ਬ੍ਰਾਂਚ ਦੇ ਵਿੱਚ ਟ੍ਰੇਨਿੰਗ ਦੇ ਲਈ। ਹੁਣ ਮੈਨੂੰ ਅਤੇ ਮੇਰੇ ਦੋਸਤ ਨੂੰ, ਦੋਨਾਂ ਨੂੰ ਜਿਹੜਾ ਆਪਾਂ ਇਕੱਠੇ ਜੁਆਇਨ ਕੀਤਾ। ਹੁਣ ਸਾਨੂੰ ਲੱਗਾ ਜਾਂ ਤਾਂ ਆਪਾਂ ਬਹੁਤ ਵਧੀਆ ਕਰ ਰਹੇ ਹਾਂ ਜਾਂ ਆਪਾਂ ਬਹੁਤ ਭੈੜਾ ਕਰ ਰਹੇ ਹਾਂ। ਉਹਨਾਂ ਨੇ ਸਾਨੂੰ ਦੁਬਾਰਾ ਤੋਂ ਟ੍ਰੇਨਿੰਗ ਦੇ ਭੇਜਿਆ ਅੱਗੇ, ਅਤੇ ਆਪਾਂ ਚਲੇ ਗਏ ਮਿਸੀਸਾਗਾ ਦੇ ਵਿੱਚ, ਅਤੇ ਪ੍ਰੋਪਰ ਫਾਰਮਲਸ ਵਗੈਰਾ ਪਾ ਕੇ ਬੜੀ ਟੌਰ ਨਾਲ 3-4 ਦਿਨ ਕੱਢਣੇ ਸੀਗੇ ਉੱਥੇ। ਆਪਾਂ ਚਲੇ ਗਏ, ਉੱਥੇ ਆ ਕੇ ਸਾਨੂੰ ਹੋਰ ਬੰਦੇ ਮਿਲੇ, ਕੁਛ ਆਪਣੀ ਬ੍ਰਾਂਚ ਦੇ, ਕੁਛ ਦੂਜੀਆਂ ਬ੍ਰਾਂਚ ਦੇ, ਅਤੇ ਆਪਾਂ ਉਹਨਾਂ ਨਾਲ ਗੱਲਬਾਤ ਕੀਤੀ। ਪਹਿਲੇ ਦਿਨ ਤਾਂ ਮਤਲਬ ਟ੍ਰੇਨਿੰਗ ਦੇ ਵਿੱਚ ਇੰਨੀ ਗੱਲਬਾਤ ਨਹੀਂ ਹੋਈ, ਪਰ ਹੌਲੀ ਹੌਲੀ ਜਦੋਂ ਗੱਲਬਾਤ ਹੋਈ ਕਿ ਹਾਂ ਬਾਈ ਕਿਹਦਾ ਕੀ ਪਲਾਨ ਆ, ਕਿਵੇਂ PR ਫਾਈਲ ਕਰਨੀ, ਕਿਹੜੇ ਬੈਕਗਰਾਊਂਡ ਤੋਂ ਆਇਆ, ਐਂਡ ਸਾਨੂੰ ਪਤਾ ਲੱਗੇ ਕਿ ਯਾਰ ਉਹ ਵੀ ਬੰਦੇ ਕੰਟਰੈਕਟ ਟਰਮ 'ਤੇ ਆ, ਲੇਕਿਨ ਆਪਾਂ ਜਿਹੜੀ ਕੰਟਰੈਕਟ ਟਰਮ 'ਤੇ ਆਏ ਨਾ, ਉਹ ਕੰਟਰੈਕਟ NCR ਦੇ ਨਾਲ ਨਹੀਂ ਆ, ਉਹ ਕੰਟਰੈਕਟ ਹੈਗੀ ਉਸ ਬੰਦੇ ਦੇ ਨਾਲ। NCR ਨੇ ਉਸ ਬੰਦੇ ਨੂੰ ਕਿਹਾ ਹੋਇਆ ਕਿ ਤੁਸੀਂ ਸਾਨੂੰ ਬੰਦੇ ਭੇਜੋ। ਸੋ ਮੈਨੂੰ ਲੱਗਿਆ ਕਿ ਵਾਸ ਜਸਟ ਏ ਰੈਫਰੈਂਸ, ਬਟ ਨਹੀਂ, ਆਪਾਂ ਜਿਹੜੇ ਪੇਪਰ ਵਰਕ ਸਾਈਨ ਕੀਤੇ ਸੀਗੇ ਉਹ NCR ਦੇ ਨਹੀਂ ਸੀਗੇ, ਉਹ ਬੰਦੇ ਦੇ ਸੀਗੇ ਜਿਹੜੇ ਸਾਡੀ ਰੈਫਰੈਂਸ ਪਾਈ, ਐਂਡ ਉਸ ਬੰਦੇ ਕੋਲ ਪੇਪਰ ਵਰਕ ਸੀਗੇ NCR ਦੇ। ਸੋ ਬੇਸਿਕਲੀ NCR ਨੇ ਸਾਨੂੰ ਡਾਇਰੈਕਟ ਕੰਟਰੈਕਟ ਨਹੀਂ ਦਿੱਤਾ, ਉਹਨਾਂ ਨੇ ਸਬ ਕੰਟਰੈਕਟ ਚੱਲ ਰਿਹਾ ਸੀਗਾ ਇੱਕ। ਅਤੇ ਆਪਾਂ ਬਹੁਤ ਜ਼ਿਆਦਾ ਕਨਫਿਊਜ਼ ਹੋ ਗਿਆ। ਹੁਣ ਮੈਂ ਕਿਹਾ ਯਾਰ ਇਹ ਕਿਵੇਂ ਕੰਮ ਕਰੂਗਾ ਹੈ ਨਾ। ਮੈਨੂੰ ਕੋਈ ਆਈਡੀਆ ਨਹੀਂ ਸੀ। ਨਾਲ ਦੇ ਬੰਦੇ ਕਹਿੰਦੇ ਤੁਸੀਂ ਆਪਣੀ ਖੁਦ ਦੀ ਕੋਆਪਰੇਸ਼ਨ ਖੋਲ੍ਹ ਰਹੋ, ਇੱਦਾਂ ਕਰ ਲਓ, ਉੱਦਾਂ ਕਰ ਲਓ ਹੈ ਨਾ, ਖੁਦ ਨੂੰ ਇੰਪਲੋਏ ਦਿਖਾ ਦਿਓ, ਇੱਕ ਦੂਜੇ ਲਈ ਇੱਦਾਂ ਕਰ ਲਓ, ਜਿਹੜੇ ਮੈਂ ਅਤੇ ਮੇਰੇ ਦੋਸਤ ਗਏ ਕਿ ਤੁਸੀਂ ਇੱਕ ਦੂਜੇ ਨੂੰ ਇੱਦਾਂ ਦਿਖਾ ਦਿਓ ਹੈ ਨਾ। ਅਤੇ ਮੈਂ ਬੜਾ ਕਨਫਿਊਜ਼ ਹੋਇਆ। ਫਿਰ ਮੈਂ ਆਪਾਂ ਕਾਫੀ ਟੈਨਸ਼ਨ 'ਚ ਆ ਗਏ ਕਿ ਯਾਰ ਆਪਾਂ ਕੀ ਕਰ ਰਹੇ। ਸਾਨੂੰ ਲੱਗੇ ਸੀ ਲਾਈਫ ਵਾਜ਼ ਗੋਇੰਗ ਗੁੱਡ, ਆਪਾਂ ਵਧੀਆ ਪੈਸੇ ਬਣਾ ਰਹੇ ਹਾਂ, IT ਜੁਆਇਨ ਕਰ ਲਈ, ਇੱਦਾਂ ਦੱਸਣ ਲੱਗੇ ਸੀ। ਬਸ ਇਹੀ ਤਾਂ ਚਾਹੀਦਾ ਹੁੰਦਾ ਆਪਣੇ ਕੋਲ, ਸਭ ਕੁਛ ਜੋ ਚਾਹੀਦਾ ਇੱਕ ਬੰਦੇ ਨੂੰ, ਬਟ ਇੱਦਾਂ ਨਹੀਂ ਸੀਗਾ। ਅਤੇ ਆਪਾਂ ਫਿਰ ਏਜੰਟਾਂ ਨੂੰ ਮਿਲਣਾ ਸ਼ੁਰੂ ਕੀਤਾ। ਉਹਨਾਂ ਨੇ ਵੀ ਮਤਲਬ ਤੁਹਾਨੂੰ ਪਤਾ ਠੱਗੀਆਂ ਵਾਲੇ ਕੰਮ ਹੈ ਨਾ, ਕੋਈ ਵਧੀਆ ਸਲਾਹ ਤਾਂ ਸਾਨੂੰ ਮਿਲੀ ਨਹੀਂ। ਸੋ 6 ਮਹੀਨੇ ਤੋਂ ਕਰਦੇ 9-10 ਮਹੀਨੇ ਹੋ ਗਏ ਹੈ ਨਾ। ਮੈਂ ਬ੍ਰਾਂਚ ਮੈਨੇਜਰ ਨਾਲ ਬਾਰ ਆਪਾਂ ਮੀਟਿੰਗ ਫਿਕਸ ਕਰਕੇ ਉਹਨਾਂ ਹੀ ਗੱਲ ਕਰਦੇ ਸੀ ਕਿ ਯਾਰ ਆਪਾਂ ਕੰਟਰੈਕਟ 'ਤੇ ਰਹਿਣਾ ਹੀ ਨਹੀਂ, ਤੁਸੀਂ ਸਾਨੂੰ ਪਰਮਾਨੈਂਟ ਇੰਪਲੋਏ ਬਣਾਓ। ਹੁਣ ਉਸ ਕੰਪਨੀ ਦੇ ਵਿੱਚ ਜਦੋਂ ਮੈਂ ਕੰਮ ਕਰਦਾ ਸੀ, ਅੱਜ ਦਾ ਤਾਂ ਨਹੀਂ ਪਤਾ, ਪਰ ਇੱਕ ਰਿਕੁਆਇਰਮੈਂਟ ਸੀ ਪਰਮਾਨੈਂਟ ਇੰਪਲੋਏ ਸਿਰਫ PR ਬਣ ਸਕਦਾ। ਜਿਹੜਾ ਬੰਦਾ PR ਮਤਲਬ ਪਰਮਾਨੈਂਟ ਰੈਜ਼ੀਡੈਂਟ ਆ ਕੈਨੇਡਾ, ਸਿਰਫ ਉਹਨੇ ਵੀ ਪਰਮਾਨੈਂਟ ਇੰਪਲੋਏ ਬਣਾਓਗੇ, ਬਾਕੀ ਸਭ ਕੰਟਰੈਕਟ ਵਾਲੇ। ਹੁਣ ਗਲਤੀ ਇਹ ਹੋ ਗਈ ਸੀ ਕਿ ਆਪਣਾ ਡਾਇਰੈਕਟ ਕੰਟਰੈਕਟ ਵੀ ਨਹੀਂ ਸੀਗਾ NCR ਦੇ ਨਾਲ, ਨਾ ਹੀ ਆਪਾਂ ਪੇਪਰ ਵਰਕ ਸਾਈਨ ਕਰਦੇ ਹੋਏ ਦੇਖਿਆ ਕਿ ਉਹ ਪੇਪਰ ਵਰਕ ਦੇ ਵਿੱਚ ਕਿਹਾ ਕੀ ਜਾ ਰਿਹਾ, ਕਿਹੜੀ ਚੀਜ਼ ਬਾਰੇ, ਕਿਉਂਕਿ ਆਪਾਂ ਐਕਸਾਈਟਿਡ ਬਹੁਤ ਸੀਗੇ। ਅਤੇ ਫਿਰ ਕੁੱਲ ਮਿਲਾ ਕੇ 9 ਮਹੀਨੇ ਕੰਮ ਕਰਨ ਤੋਂ ਬਾਅਦ ਮੈਂ ਡਿਸਾਈਡ ਕੀਤਾ ਕਿ ਯਾਰ ਜਦੋਂ ਤੱਕ ਇਹ ਕੰਪਨੀ ਛੱਡੂਗੇ ਨਹੀਂ ਨਾ, ਉਦੋਂ ਤੱਕ ਆਪਣੇ ਨੂੰ ਕੋਈ ਹੋਰ ਕੰਪਨੀ ਮਿਲਣੀ ਨਹੀਂ ਹੈਗੀ। ਉਹ ਜਦੋਂ ਤੱਕ ਬੰਦੇ ਨੂੰ ਮਹੀਨੇ ਦੇ ਮਹੀਨੇ ਪੈਸੇ ਆ ਰਹੇ, ਪਤਾ ਹਾਂ ਵੀ ਕੱਲ੍ਹ ਨੂੰ ਉੱਠ ਕੇ ਜਾਣਾ, ਉਦੋਂ ਤੱਕ ਬੰਦਾ ਨਾ ਉਨਾ ਜ਼ੋਰ ਨਹੀਂ ਲਾਉਂਦਾ ਜਿੰਨਾ ਵਿਹਲਾ ਇੱਕ ਅਨਇੰਪਲੋਇਡ ਬੰਦਾ ਲਗਾ ਸਕਦਾ ਜੋਬ ਲੈਣ ਦੇ ਲਈ। ਸੋ ਮੈਂ ਕੰਪਨੀ 'ਚ ਪਾਤਾ ਰੈਜ਼ੀਗਨੇਸ਼ਨ ਲੈਟਰ। ਮੈਂ ਕਿਹਾ ਜੀ ਮੈਂ ਨਹੀਂ ਕਰਨਾ। ਮੈਂ ਈਮੇਲ ਪਾਤਾ, ਉਹਦਾ ਮੈਨੇਜਰ ਦਾ ਕੋਈ ਜਵਾਬ ਹੀ ਨਹੀਂ ਆਇਆ। ਸੋ ਮੈਂ ਉਹਨੂੰ ਫੋਨ ਕੀਤਾ, ਫਿਰ ਸ਼ਾਮ ਤੱਕ, ਮਤਲਬ ਸਵੇਰੇ ਪਾਇਆ, ਮੈਂ ਸ਼ਾਮ ਤੱਕ ਉਹਨੂੰ ਕੀਤਾ। ਉਹ ਕਹਿੰਦਾ ਜੀ ਮੈਂ ਤਾਂ ਸਰਪ੍ਰਾਈਜ਼ ਹੋ ਗਿਆ ਤੁਸੀਂ ਇਹ ਪਾਤਾ। ਮੈਂ ਕਿਹਾ ਕਿਵੇਂ ਸਰਪ੍ਰਾਈਜ਼ ਹੋਊਗੇ ਹੈ ਨਾ। ਮੈਂ ਕਿਹਾ ਮੈਂ ਤੁਹਾਡੇ ਨਾਲ ਮੀਟਿੰਗ ਕਰੀ ਸੀ, ਇਹ ਕਹਿ ਕੇ ਕਿ ਤੁਸੀਂ ਮੈਨੂੰ ਪਰਮਾਨੈਂਟ ਇੰਪਲੋਏ ਬਣਾਓ 2-3 ਵਾਰ। ਮੈਂ ਕਿਹਾ ਮੈਂ 6ਵੇਂ ਮਹੀਨੇ ਮੈਨੂੰ ਪਤਾ ਲੱਗਾ, ਅੱਜ 9 ਮਹੀਨੇ ਹੋ ਚੁੱਕੇ ਆ। ਮੈਂ ਕਿਹਾ ਜੀ ਹੈ ਨਾ 3 ਮਹੀਨੇ ਉੱਪਰ ਲੰਘ ਗਏ। ਮੈਂ ਕਿਹਾ ਮੈਂ ਹੋਰ ਵਰਕ ਪਰਮਿਟ ਨਹੀਂ ਵੇਸਟ ਕਰ ਸਕਦਾ। ਅਤੇ ਉਹ ਕਹਿੰਦਾ ਇੱਦਾਂ ਕਰੋ ਕਿ ਜਦੋਂ ਤੱਕ ਤੁਹਾਨੂੰ ਜੋਬ ਨਹੀਂ ਮਿਲਦੀ ਤੁਸੀਂ ਉਦੋਂ ਤੱਕ ਕੰਟੀਨਿਊ ਕਰ ਲਓ, ਜਦੋਂ ਤੁਸੀਂ ਇੰਟਰਵਿਊ ਦਿੰਦੇ ਚਲੋ ਨਾਲ ਦੇ ਨਾਲ। ਮੈਂ ਕਿਹਾ ਜੀ ਤੁਸੀਂ ਮੈਨੂੰ ਬੁਲਾਉਂਦੇ ਹੋ ਇੱਦਾਂ ਫਲੈਕਸੀਬਲ ਸਕੈਡਿਊਲ 'ਤੇ, ਮੈਂ ਇੰਟਰਵਿਊ ਕਿਤੇ ਜਾ ਹੀ ਨਹੀਂ ਸਕਦਾ। ਕਹਿੰਦਾ ਚੱਲ ਕੋਈ ਨਹੀਂ, ਤੁਸੀਂ ਜਿਸ ਦਿਨ ਆਫ ਲੈਣਾ ਲਓ, ਇੰਟਰਵਿਊ ਦੇ ਗਿਆ, ਕੋਈ ਚੱਕਰ ਨਹੀਂ। ਮੈਂ ਕਿਹਾ ਠੀਕ ਆ, ਕਿਉਂਕਿ ਆਪਾਂ ਕੰਮ ਬਹੁਤ ਵਧੀਆ ਕਰਦੇ। ਟੂ ਬੀ ਓਨੈਸਟ ਆਪਾਂ ਕੰਪਨੀ ਦੇ ਵਨ ਆਫ ਦਾ ਬੈਸਟ ਬੰਦੇ ਸੀਗੇ ਉੱਥੇ ਉਸ ਵੇਲੇ। ਕਿਉਂਕਿ ਜਿਹੜੇ ਘਰ ਪਰਿਵਾਰ ਵਾਲੇ ਇੱਥੇ ਦੇ ਲੋਕ ਆ, ਜਿਹੜੇ PR ਸਿਟੀਜ਼ਨ ਆ, ਉਹ ਬੰਦੇ ਇੰਨਾ ਟਾਈਮ ਨਹੀਂ ਦੇ ਸਕਦੇ ਕਿ ਹਾਂ ਸਵੇਰੇ 5 ਵਜੇ ਬੁਲਾ ਲਿਆ, 5 ਵਜੇ ਚਲੇ ਗਏ, ਐਤਵਾਰ ਨੂੰ ਬੁਲਾ ਲਿਆ, ਨਿਊ ਈਅਰ 'ਤੇ ਬੁਲਾ ਲਿਆ, ਕੋਈ ਬੰਦਾ ਨਹੀਂ ਇੰਨਾ ਜਾਂਦਾ। ਉੱਤੋਂ ਆਪਾਂ ਹਰ ਇੱਕ ਤਰੀਕੇ ਦਾ ਕੰਮ ਕਰਨ ਨੂੰ ਰੈਡੀ ਹੁੰਦੇ ਸੀਗੇ ਕਿ ਇਸ ਡਿਪਾਰਟਮੈਂਟ ਦਾ ਕੰਮ ਕਰਨਾ ਇਹ ਵੀ ਕਰ ਦਾਂਗੇ,
ਇਹ ਕੰਮ ਕਰਨਾ ਇਹ ਵੀ ਕਰ ਦਾਂਗੇ, ਕਿਸੇ ਹੋਰ ਦਾ ਛੱਡਿਆ ਹੋਇਆ ਕੰਮ ਕਰਨਾ ਉਹ ਵੀ ਕਰ ਦਾਂਗੇ, ਹਰ ਇੱਕ ਤਰੀਕੇ ਦਾ ਕੰਮ ਕਰ ਦਾਂਗੇ ਫੀਲਡ 'ਤੇ। ਅਤੇ ਉਨਾ ਜ਼ਿਆਦਾ ਫਲੈਕਸੀਬਲ ਕੋਈ ਨਹੀਂ ਹੁੰਦਾ, ਕੋਈ ਨਹੀਂ ਅੱਗੇ ਵੱਧਦਾ। ਅਤੇ ਆਪਾਂ ਉਹਨੇ ਦਾ ਅੱਗੇ ਸੀਗੇ, ਇਸ ਕਰਕੇ ਉਹ ਨਹੀਂ ਚਾਹੁੰਦਾ ਸੀ ਆਪਾਂ ਛੱਡ ਕੇ ਜਾਈਏ, ਅਤੇ ਲੇਕਿਨ ਸਾਡੇ ਚੀਜ਼ ਕੰਮ ਨਹੀਂ ਕਰ ਰਹੀ ਸੀ। ਸੋ ਮੈਂ ਕਿਹਾ ਚਲੋ ਠੀਕ ਆ, ਆਪਾਂ ਜੋਬ ਲੱਭਦੇ ਹਾਂ, ਜਿੱਦਣ ਮਿਲ ਗਈ ਤੁਹਾਨੂੰ ਦੱਸ ਦਾਂਗੇ ਭਾਈ, ਆਪਾਂ ਚੱਲ ਜਾਂਗੇ। ਸੋ ਵਿਦਿਨ 1 or 2 ਵੀਕਸ ਮੈਨੂੰ ਜੋਬ ਲੱਗ ਗਈ। ਮੈਂ ਫਿਰ ਤੋਂ ਰੈਜ਼ੀਗਨੇਸ਼ਨ ਲੈਟਰ ਪਾਤਾ। ਉਹ ਕਹਿੰਦਾ ਕਿ ਹਾਂਜੀ ਹੁਣ ਕਿਉਂ? ਮੈਂ ਕਿਹਾ ਜੀ ਮੈਨੂੰ ਮਿਲ ਗਈ ਜੋਬ। ਕਹਿੰਦਾ ਜੀ ਕਿ ਮੈਂ ਬੜਾ ਡਿਸਅਪੋਇੰਟਡ ਹਾਂ ਇੱਦਾਂ। ਮੈਂ ਸੋਚਿਆ, ਮੈਂ ਕਿਹਾ ਯਾਰ ਕਿੱਦਾਂ ਦਾ ਬੰਦਾ ਯਾਰ, ਹੈ ਨਾ। ਮਤਲਬ ਮੈਂ ਤੁਹਾਨੂੰ ਸਾਫ਼ ਆ ਕੇ ਕਿਹਾ ਭਾਈ, ਹੈ ਨਾ, ਮੀਟਿੰਗ ਕਰਕੇ ਕਿ ਯਾਰ ਮੈਂ ਪਰਮਾਨੈਂਟ ਇੰਪਲੋਏ ਨਹੀਂ ਬਣਿਆ, ਤਾਂ ਇਹ ਕੰਟਰੈਕਟ ਬਿਲਕੁਲ ਵੀ ਕਾਊਂਟ ਨਹੀਂ ਹੋਣ ਲੱਗਿਆ ਐਜ਼ ਐਕਸਪੀਰੀਅੰਸ, ਅਤੇ ਕੱਲ੍ਹ ਨੂੰ ਮੈਂ ਪੀਅਰ ਫਾਈਲ ਕਰ ਹੀ ਨਹੀਂ ਸਕਦਾ। ਸੋ ਮੈਂ ਇੱਥੇ ਵੀਜ਼ਾ ਲੈ ਕੇ, ਹੈ ਨਾ, ਮੈਂ ਇੱਥੇ ਪਹਿਲਾਂ ਪੜ੍ਹਾਈ ਕੀਤੀ 2 ਸਾਲ ਦੀ, ਮੁੜ ਕੇ 3 ਸਾਲ ਦਾ ਵੀਜ਼ਾ ਮੈਂ ਸਿਰਫ ਤੁਹਾਡੇ ਕੰਪਨੀ ਨੂੰ ਕਿਆ ਕਹਿੰਦੇ ਡਿਵੋਟ ਕਰਨ ਲਈ ਥੋੜ੍ਹੀ ਕਰ ਰਿਹਾ ਮੈਂ ਇੱਥੇ ਟਾਈਮ ਕੰਮ ਆਪਣਾ। ਮੈਂ ਕਿਹਾ ਜੀ ਮੈਨੂੰ ਕੋਈ ਫਾਇਦਾ ਨਹੀਂ ਹੋ ਰਿਹਾ, ਮੇਰਾ ਨੁਕਸਾਨ ਹੋ ਰਿਹਾ ਹੈ ਸਿੱਧਾ, ਅਤੇ ਮੈਂ ਤਾਂ ਛੱਡਣਾ ਹੀ ਆ। ਸੋ ਆਪਾਂ ਛੱਡ ਦਿੱਤੀ ਐਂਡ ਫਿਰ ਆਪਾਂ ਹੋਰ ਕੰਪਨੀ ਜੁਆਇਨ ਕੀਤੀ ਐਂਡ ਉੱਥੇ 2 ਹਫ਼ਤੇ ਟ੍ਰੇਨਿੰਗ ਲਗਾਈ। ਉਹ ਕੰਪਨੀ ਸੈੱਟ ਨਹੀਂ ਬੈਠੀ ਐਂਡ ਫਿਰ ਆਪਾਂ ਇਸ ਕੰਪਨੀ 'ਚ ਆ ਗਏ ਜਿੱਥੇ ਕਿ ਮੈਂ ਅੱਜ ਕੰਮ ਕਰਦਾ ਹਾਂ, ਇਹਦੇ ਫਾਈਬਰ ਆਪਟਿਕ ਨੈਟਵਰਕ ਟੈਕਨੀਸ਼ੀਅਨ ਸਮਝ ਲਓ, ਹੈ ਨਾ। ਅਤੇ ਹੁਣ ਆਪਾਂ ਟੈਲੀਕੋਮ ਇੰਡਸਟਰੀ ਦੇ ਵਿੱਚ ਆ ਗਏ। ਅਤੇ ਉਹ ਇੰਡਸਟਰੀ ਵੀ ਵਧੀਆ ਸੀਗੀ, ਬੈਂਕਿੰਗ ਸੈਕਟਰ ਸੀਗਾ ਬੇਸਿਕਲੀ। POS ਜਾਂ ਬੈਂਕਿੰਗ ਮਸ਼ੀਨ, ਇਹ ਸਾਰੀਆਂ ਚੀਜ਼ਾਂ 'ਤੇ ਕੰਮ ਕਰਦੇ ਸੀ। ਕਾਫੀ ਜ਼ਿਆਦਾ ਵਧੀਆ ਇਨਫੋਰਮੇਸ਼ਨ ਪਤਾ ਲੱਗੀ ਕਿ ਕਿੱਦਾਂ ਹੁੰਦਾ, ਕਿਵੇਂ ਚੀਜ਼ਾਂ ਬੈਕ ਐਂਡ 'ਤੇ ਕੰਮ ਕਰਦੀਆਂ ਐਂਡ ਕਾਫੀ ਇੰਟਰਸਟਿੰਗ ਸੀਗਾ। ਸੋ ਪਹਿਲੀ ਜੋਬ ਸੀਗੀ, ਉੱਥੋਂ ਅਗਰ ਦੇਖਿਆ ਹੋਇਆ ਐਕਸਪੀਰੀਅੰਸ ਕਾਫੀ ਵਧੀਆ ਮਿਲਿਆ ਐਂਡ ਇੰਟਰਸਟਿੰਗ ਵੀ ਕਾਫੀ ਜ਼ਿਆਦਾ ਸੀਗੀ। ਠੀਕ ਹੈ ਜੀ, ਸਾਨੂੰ ਪਤਾ ਲੱਗ ਗਿਆ ਕਿ ਕਿਵੇਂ ਪ੍ਰੋਫੈਸ਼ਨਲ, ਮਤਲਬ ਜਦੋਂ ਤੁਸੀਂ ਦੇਖੋਗੇ ਨਾ ਅਗਰ ਇੰਟਰਵਿਊ 'ਚ ਇੱਕ ਐਕਸਪੀਰੀਅੰਸ ਟੈਕਨੀਸ਼ੀਅਨ ਆਊਗਾ ਜਾਂ ਫਿਰ ਐਕਸਪੀਰੀਅੰਸ ਲਗਾ ਲਓ ਕੈਂਡੀਡੇਟ ਆਊਗਾ IT ਦੀ ਜੋਬ ਦੇ ਲਈ ਵਰਸਸ ਇੱਕ ਨਵਾਂ ਆਊਗਾ, ਤੁਹਾਨੂੰ ਪਤਾ ਲੱਗ ਜਾਊਗਾ ਕਿਹੜਾ ਪ੍ਰੋਫੈਸ਼ਨਲ ਕਿਹੜਾ ਨਹੀਂ। ਸੋ ਪ੍ਰੋਫੈਸ਼ਨਲਿਜ਼ਮ ਸਾਨੂੰ ਥੋੜ੍ਹਾ ਬਹੁਤ ਮਿਲ ਗਿਆ ਸੀਗਾ, ਸਾਨੂੰ ਪਤਾ ਲੱਗ ਗਿਆ ਸੀ ਕਿਵੇਂ ਬੈਠੀ ਦਾ, ਕਿਵੇਂ ਗੱਲ ਕਰੀ ਦੀ, ਕੀ ਹੁੰਦਾ, ਕਿਹੜੀ ਟਰਮੀਨੋਲੋਜੀ 'ਚ ਕਿਵੇਂ ਗੱਲ ਕਰਨੀ, ਹੈ ਨਾ। ਸੋ ਆਪਾਂ ਕਾਇੰਡ ਆਫ ਪ੍ਰੀਪੇਅਰਡ ਹੋ ਗਏ ਸੀਗੇ ਹੋਰ ਜੋਬ ਇੰਟਰਵਿਊਜ਼ ਦੇਣ ਦੇ ਲਈ। ਸੋ ਉਸ ਜੋਬ 'ਚੋਂ ਅਗਰ ਸਾਨੂੰ ਕੁਛ ਮਿਲਿਆ ਹੋ ਸਕਦਾ ਐਕਸਪੀਰੀਅੰਸ, ਠੀਕ ਹੈ ਜੀ, ਤਾਂ ਕਿ ਆਪਾਂ ਦੂਜੀ ਜਗ੍ਹਾ 'ਤੇ ਜਾ ਕੇ ਅਪਲਾਈ ਕਰ ਸਕੀਏ ਅਤੇ ਥੋੜ੍ਹੇ ਬਹੁਤ ਪੈਸੇ। ਬਟ ਜਿਹੜੀ ਚੀਜ਼ ਸਾਨੂੰ ਨੁਕਸਾਨ ਹੋਇਆ ਉਹ ਸੀਗਾ ਪੇਪਰ ਵਰਕ 'ਤੇ ਕੋਈ ਇੱਦਾਂ ਦਾ ਐਕਸਪੀਰੀਅੰਸ ਨਹੀਂ ਮਿਲਿਆ ਜਿਹੜਾ ਕਿ ਇਮੀਗ੍ਰੇਸ਼ਨ ਕਾਊਂਟ ਕਰ ਸਕੇ। ਸੋ ਉਸ ਚੀਜ਼ ਨੇ ਸਾਡਾ ਟਾਈਮ ਖਰਾਬ ਕਰ ਦਿੱਤਾ ਅਤੇ ਉਹਦੇ ਹੀ ਕਰਕੇ ਮੈਂ ਇੰਨਾ ਜ਼ਿਆਦਾ ਸਟਰੈਸਫੁਲ ਰਿਹਾ ਪਿੱਛੇ PR ਨੂੰ ਲੈ ਕੇ, ਕਿਉਂਕਿ ਹੁਣ ਦੇਖ ਰਿਹਾ ਸੀ ਕਿ ਟਾਈਮ ਲੰਘੀ ਜਾ ਰਿਹਾ ਯਾਰ, ਅਤੇ ਆਪਣਾ ਨੁਕਸਾਨ ਹੋ ਰਿਹਾ। ਨਾ ਆਪਾਂ ਮੂਵ ਹੋਣ ਜੋਗੇ ਹੋ ਰਹੇ ਹਾਂ, ਹੈ ਨਾ, ਨਾ ਮੈਂ ਮੂਵ ਹੋਇਆ ਤਾਂ ਨਾ ਹੀ ਐਕਸਪੀਰੀਅੰਸ ਕਾਊਂਟ ਹੋਇਆ। ਹੁਣ ਮੈਂ ਕਰਾਂ ਤਾਂ ਕਰਾਂਗੀ, ਸਿਰਫ ਉਸੇ ਕਰਕੇ ਮੈਂ ਜ਼ਿਆਦਾ ਸਟਰੈਸਫੁਲ ਰਿਹਾ। ਅਤੇ ਮੈਂ ਨਹੀਂ ਚਾਹੂੰਗਾ ਤੁਸੀਂ ਇੱਦਾਂ ਦੀ ਜੋਬ ਲਓਗੇ। ਅਤੇ ਇਹ ਵੀ ਦੱਸ ਦੇਣਾ ਜੋਬ 'ਚ ਐਗਜ਼ੈਕਟਲੀ ਸੀਗਾ ਕਿ ਜਿਹੜਾ ਮੈਨੂੰ ਬਾਕੀਆਂ ਨਾਲੋਂ ਡਿਫਰੈਂਟ ਬਣਾਉਂਦਾ ਸੀ। ਹੁਣ ਜਸਟ ਬਿਕੋਜ਼ ਮੈਂ ਡਾਇਰੈਕਟ ਕੰਟਰੈਕਟ 'ਤੇ ਨਹੀਂ ਸੀਗਾ, ਮੈਂ ਸਬ ਕੰਟਰੈਕਟ 'ਤੇ ਸੀਗਾ। ਬਾਕੀ ਬੰਦੇ ਕੀ ਸੀਗੇ, ਇੱਕ ਕੰਟਰੈਕਟ ਪੀਰੀਅਡ 'ਤੇ ਸੀਗੇ, ਹੈ ਨਾ। ਉਹਨਾਂ ਨੂੰ ਮਿਲ ਰਿਹਾ ਸੀ T4 ਟੈਕਸ ਫਾਰਮ, ਹੈ ਨਾ। ਹੁਣ T4 ਹੁੰਦਾ ਉਹ ਬੰਦੇ ਲਈ ਜਿਹੜੀ ਕਿ ਇੰਪਲੋਈ ਹੁੰਦੇ ਬਟ ਕੰਟਰੈਕਟ 'ਤੇ ਹੁੰਦੇ। ਹੁਣ T4 ਸਾਨੂੰ ਮਿਲ ਰਿਹਾ ਸੀ ਜਿਹੜਾ ਕਿ ਹੁੰਦਾ ਆਪਾਂ ਕੰਟਰੈਕਟ 'ਤੇ ਹਾਂ ਲੇਕਿਨ ਆਪਾਂ ਇੰਡੀਪੈਂਡੈਂਟ ਕੰਟਰੈਕਟਰ ਹਾਂ। ਮਤਲਬ ਪੇਪਰ ਵਰਕ 'ਤੇ ਇੱਦਾਂ ਦਿਖਾਇਆ ਜਾ ਰਿਹਾ ਕਿ ਆਪਾਂ ਠੇਕੇਦਾਰ ਆ ਇੱਕ ਹਿਸਾਬ ਨਾਲ, ਕਿ ਮਤਲਬ ਸਾਨੂੰ ਕਿਸੇ ਘਰ ਨੂੰ ਪੇਂਟ ਕਰਨ ਦਾ ਠੇਕਾ ਦੇ ਦਿੱਤਾ ਗਿਆ ਕਿ ਆ ਲਓ $10,000 ਅਤੇ ਤੁਸੀਂ ਇਹ ਚੀਜ਼ ਪੇਂਟ ਕਰਨੀ ਆ, ਜੋ ਮਰਜ਼ੀ ਜਿੱਥੋਂ ਮਰਜ਼ੀ ਸਮਾਨ ਲੈ ਕੇ ਆਓ, ਜਿੱਦਾਂ ਮਰਜ਼ੀ ਕੰਮ ਡਨ ਕਰੋ, ਸਾਨੂੰ ਕੰਮ ਡਨ ਚਾਹੀਦਾ। ਬਟ ਮੈਂ ਕੰਪਨੀ ਦੇ ਵਿੱਚ ਜਾ ਰਿਹਾ ਸੀਗਾ, ਕੰਪਨੀ ਵਹੀਕਲ ਆਪਰੇਟ ਕਰ ਰਿਹਾ ਸੀ, ਕੰਪਨੀ ਦਾ ਟੂਲਸ ਆਪਰੇਟ ਕਰ ਰਿਹਾ ਸੀ, ਮੈਨੇਜਰ ਨੂੰ ਰਿਪੋਰਟ ਕਰ ਰਿਹਾ ਸੀਗਾ, ਮੈਨੇਜਰ 'ਚ ਭੇਜੀ ਬ੍ਰਾਂਚ ਦੂਜੀ ਬ੍ਰਾਂਚ 'ਚ ਜਾ ਕੇ ਟ੍ਰੇਨਿੰਗ ਕਰ ਰਿਹਾ, ਸਭ ਕੁਛ ਕਰ ਰਿਹਾ ਸੀਗਾ। ਮੇਰੇ ਕੋਲ ਕੰਪਨੀ ID ਐਂਡ ਆਲ ਸਭ ਕੁਛ ਸੀਗਾ, ਲੇਕਿਨ ਫਿਰ ਵੀ ਮੈਨੂੰ ਐਜ਼ ਐਨ ਇੰਡੀਪੈਂਡੈਂਟ ਕੰਟਰੈਕਟਰ ਦਿਖਾਇਆ ਜਾ ਰਿਹਾ ਸੀ ਕਿ ਜਿਵੇਂ ਮੈਂ ਇੱਕ ਠੇਕੇਦਾਰ ਹਾਂ, ਮੇਰੇ ਕੰਪਨੀ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਮੈਂ ਸਿਰਫ ਕੰਪਨੀ 'ਚ ਮਤਲਬ ਜਿਹੜੇ ਮੈਨੂੰ ਜੋਬ ਦਿੰਦੀ ਆ ਮੈਂ ਡਨ ਕਰ ਦਿੰਦਾ ਜਾ ਕੇ, ਐਂਡ ਮੈਂ ਕਦੀ ਸ਼ਾਇਦ ਕੰਪਨੀ ਨੂੰ ਸ਼ਕਲ ਵੀ ਨਾ ਦਿਖਾਈ ਹੋਵੇ। ਸੋ ਬੇਸਿਕਲੀ ਪੇਪਰ ਵਰਕ ਦੇ ਸਾਹਮਣੇ ਚੱਲ ਰਿਹਾ ਸੀਗਾ। ਐਂਡ ਮੈਂ ਬਹੁਤ ਸਾਰੇ ਵਕੀਲ ਨੂੰ ਵੀ ਮਿਲਿਆ ਐਕਚੁਅਲ ਦੇ ਵਿੱਚ, ਕੰਸਲਟੈਂਟ ਨਹੀਂ ਵਕੀਲ ਨੂੰ, ਐਂਡ ਉਹਨਾਂ ਨੇ ਕਿਹਾ ਕਿ ਸ਼ਾਇਦ ਆਪਾਂ ਅਪਰੂਵ ਕਰ ਸਕੀਏ ਇੱਦਾਂ ਉੱਦਾਂ। ਬਟ ਮੈਨੂੰ ਲੱਗਿਆ ਕਿ ਯਾਰ ਉਹ ਬਹੁਤ ਜ਼ਿਆਦਾ ਕੰਪਲੀਕੇਟਿਡ ਆ ਐਂਡ ਇੱਥੇ ਟਾਈਮ ਖਰਾਬ ਕਰਨ ਨਾਲੋਂ ਚੰਗਾ ਆਪਾਂ ਕਿਤੇ ਹੋਰ ਹੀ ਜੋਬ ਲੱਭਦੇ ਹਾਂ। ਸੋ ਮੈਂ ਹੀ ਤੁਹਾਨੂੰ ਸਲਾਹ ਦੇਣਾ ਚਾਹੂੰਗਾ ਕਿ ਅਗਰ ਤੁਸੀਂ ਜੋਬ ਲੱਭ ਰਹੇ ਹੋ, ਪਰਮਾਨੈਂਟ ਇੰਪਲੋਏ ਹੀ ਜੋਬ ਲਓ ਭਰਾਵਾ। ਕੰਟਰੈਕਟ ਵਾਲੀ ਚੀਜ਼ ਵੀ ਤੁਹਾਡੀ PNP ਦੇ ਵਿੱਚ ਕੰਮ ਨਹੀਂ ਆਉਂਦੀ, ਕੰਟਰੈਕਟ ਸਿਰਫ ਐਕਸਪ੍ਰੈਸ ਐਂਟਰੀ 'ਚ ਕੰਮ ਆਉਂਦਾ। ਸੋ ਮੈਂ ਤੁਹਾਨੂੰ ਇਹੀ ਕਹਿਣਾ ਚਾਹੂੰਗਾ, ਅਗਰ ਤੁਸੀਂ ਫਰੈਸ਼ਲੀ ਗ੍ਰੈਜੂਏਟ ਹੋ ਜਾਂ ਫਿਰ ਤੁਸੀਂ ਡਾਇਰੈਕਟ ਵਰਕ ਪਰਮਿਟ 'ਤੇ ਆਓ ਤਾਂ ਇੱਦਾਂ ਦੀ ਜੋਬ ਹੀ ਲਓ ਭਾਈ ਜਿਹੜੀ ਕਿ ਤੁਹਾਨੂੰ ਪਰਮਾਨੈਂਟ ਇੰਪਲੋਏ ਮਿਲੇ। ਅਗਰ ਤੁਸੀਂ ਕੰਟਰੈਕਟ 'ਤੇ ਲਓਗੇ ਤਾਂ ਅੱਗੇ ਜਾ ਕੇ ਬਹੁਤ ਸਾਰੇ ਚੱਕਰ ਪਊਗੇ, ਕਿਉਂਕਿ ਕੰਟਰੈਕਟ ਵਾਲਾ ਬੰਦਾ PNP ਦਾ ਫਾਈਲ ਕਰ ਹੀ ਨਹੀਂ ਸਕਦਾ, ਯਾਨੀ ਤੁਹਾਡਾ ਪ੍ਰੋਵਿੰਸ ਵਾਲਾ ਨੋਮੀਨੇਸ਼ਨ ਪ੍ਰੋਗਰਾਮ ਉਸ ਤੁਸੀਂ ਫਾਈਲ ਕਰ ਨਹੀਂ ਸਕਦੇ। ਅਗਰ ਐਕਸਪ੍ਰੈਸ ਐਂਟਰੀ ਦੇ ਵਿੱਚ ਵੀ ਫਾਈਲ ਕਰਨਾ ਚਾਹੁੰਦੇ ਤਾਂ ਬਹੁਤ ਜ਼ਿਆਦਾ ਸਰਟੇਨ ਰਿਕੁਆਇਰਮੈਂਟਸ ਆ ਕੰਟਰੈਕਟ ਵਾਲੇ ਬੰਦਿਆਂ ਨੂੰ ਲੈ ਕੇ। ਹੋ ਸਕਦਾ ਤੁਸੀਂ ਉਹ ਰਿਕੁਆਇਰਮੈਂਟਸ ਪੂਰੀਆਂ ਨਾ ਕਰਦੇ ਹੋ ਤੁਹਾਡੇ ਜਿਹੜੇ ਵੀ ਕੰਟਰੈਕਟ ਆ ਉਹਦੇ ਬੇਸਡ 'ਤੇ, ਕਿਉਂਕਿ ਮੈਂ ਹੀ ਨਹੀਂ, ਮੈਂ ਹੋਰ ਵੀ ਬੰਦੇ ਦੇਖੇ ਜਿਹੜੇ ਕਿ ਐਕਚੁਅਲੀ ਵੱਡੀ ਕੰਪਨੀਆਂ ਨਾਲ, ਬੈਂਕਸ ਦੇ ਨਾਲ ਵੀ ਕੰਮ ਕਰ ਚੁੱਕੇ ਐਂਡ ਉਹ ਬੰਦਿਆਂ ਨੂੰ ਕੰਟਰੈਕਟ 'ਤੇ ਉਹ ਚੀਜ਼ ਨਹੀਂ ਮਿਲੀ ਜਿਹੜੀ ਕਿ ਉਹਨਾਂ ਨੂੰ ਚਾਹੀਦੀ ਹੈ ਪੇਪਰ ਵਰਕ ਦੇ ਵਿੱਚ ਦਿਖਾਉਣ ਲਈ ਇਮੀਗ੍ਰੇਸ਼ਨ ਨੂੰ। ਸੋ ਕਰਦੇ ਨੇ ਵੀਡੀਓ ਇੱਥੇ ਐਂਡ ਆਈ ਹੋਪ ਕਿ ਇਹ ਵੀਡੀਓ ਤੁਹਾਡੇ ਕਾਫੀ ਜ਼ਿਆਦਾ ਨੌਲੇਜ ਵਾਲੀ ਰਹੀ ਹੋਗੀ, ਕਿਉਂਕਿ ਇਹ ਚੀਜ਼ ਤੁਹਾਨੂੰ ਕਿਸੇ ਨੇ ਨਹੀਂ ਦੱਸੀ ਹੋਣੀ YouTube 'ਤੇ, ਤਾਂ ਮੈਂ ਦੱਸ ਸਕਦਾ ਕਿਉਂਕਿ ਭਾਈ ਸਾਨੂੰ ਨਹੀਂ ਪਤਾ ਲੱਗਿਆ ਇੰਨਾ ਟਾਈਮ ਕੰਮ ਕਰਕੇ ਤਾਂ ਕਿ ਹੋਰ ਨੂੰ ਕੀ ਸਲਾਹ ਦੇਣੀ ਤੁਹਾਨੂੰ ਇਹਦੇ ਬਾਰੇ। ਸੋ ਮਿਲਦਾ ਆਪਾਂ ਕਿਸੇ ਅੱਗੇ ਵੀਡੀਓ, ਤਦ ਤੱਕ ਲਈ